ਜਿਹੜੀ ਤੁਹਾਡੀ ਪਾਰਟੀ ਜਿਹਦੇ ਨਾਲ ਤੁਸੀਂ ਐਫੀਲੀਏਟਡ ਹੋ ਉਸ ਤੇ ਇਲਜ਼ਾਮ ਲੱਗਦਾ ਵੀ ਇਹ ਸਿਰਫ ਸਿੱਖਾਂ ਦੀ ਪਾਰਟੀ ਹੈ। जो भी कैंਡੀਡੇਟਸ जितते ने है ना पोलिटिकल पार्टीज़ नाल ही सी मोस्टली जिन्ने भी ने उन्होंने ढोल बजाए है ना। साडी ऑर्गेनाइजेशन ने बस एक मार्च कढ़िया उस तो बाद असीं गुरुद्वारे गए अरदास करी अरदास करे गुरुद्वारे भी गए मंदिर भी गए इकट्ठे ही सीगा सब कुछ है ना। ਮਨੀ ਪਾਵਰ ਪੋਲਿਟਿਕਸ ਦੇ ਅੱਗੇ ਟਿਕਣਾ ਇੱਕ ਨੌਨ ਪੋਲੀਟੀਕਲ ਐਫੀਲੀਏਟਡ ਪਾਰਟੀ ਨੂੰ ਕਿੰਨਾ ਕੁ ਵੱਡਾ ਚੈਲੰਜ ਸੀ ਤੁਹਾਡੇ ਲਈ? ਚੈਲੰਜ ਬਹੁਤ ਵੱਡਾ ਹੁੰਦਾ ਕਿ ਅਸੀਂ ਰਮਨੀਕ ਹੋਰਾਂ ਨੂੰ ਮੇਨਸਟ੍ਰੀਮ ਪੋਲਿਟਿਕਸ ਵਿੱਚ ਵੀ ਦੇਖ ਸਕਦੇ ਹਾਂ। ਫਿਰ ਕੈਂਪੇਨਿੰਗ ਕਰਦੇ ਕਰਦੇ ਅਸੀਂ ਕਈ ਦਿਨਾਂ ਤੱਕ ਮਤਲਬ ਜਿਵੇਂ ਖਾਣਾ ਨਹੀਂ ਖਾਦਾ ਹੁੰਦਾ ਉਹ ਸਾਡੇ ਲਈ ਪੈਕ ਕਰਾ ਕੇ ਆਪਣੇ ਆਪ ਬਿਨਾਂ ਕਹੀ ਰੱਖ ਦਿੰਦੇ ਸੀ। ਕਦੀ ਸਾਨੂੰ ਪਾਣੀ ਪਿਲਾ ਦੇਣਾ ਜਿਵੇਂ ਹੁਣ ਹੋਸਟਲ 'ਚ ਅਸੀਂ ਡੋਰ ਟੂ ਡੋਰ ਕੈਂਪੇਨਿੰਗ ਵੀ ਸਾਨੂੰ ਅਲਾਉਡ ਹੁੰਦੀ ਹੈ ਨਾ ਤਾਂ ਉਹ ਅਸੀਂ ਜਦੋਂ ਕਰਨ ਜਾਂਦੇ ਆਪ ਸਾਨੂੰ ਪਾਣੀ ਪਿਲਾ ਦੇਣਾ ਸਾਡੇ ਲਈ ਕੋਈ ਚਾਕਲੇਟ ਰੱਖ ਦੇਣੀ ਕਿ ਤੁਸੀਂ ਬਹੁਤ ਥੱਕੇ ਹੋਏ ਸਾਨੂੰ ਪਤਾ ਹੈ। ਪੰਜਾਬ ਯੂਨੀਵਰਸਿਟੀ ਦੀ ਚੋਣ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੈ। ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੀਆਂ ਚੋਣਾਂ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲਈ ਇਹ ਮੁੱਛ ਦਾ ਸਵਾਲ ਹੁੰਦੀ ਹੈ ਪਰ 19 ਸਾਲਾਂ ਦੀ ਧੀ ਰਮਨੀਕ ਜੋਤ ਕੌਰ ਹੋਰਾਂ ਨੇ ਇਹ ਸਿਆਸੀ ਪਾਰਟੀਆਂ ਦੀ ਇਸ ਮੁੱਛ ਨੂੰ ਪੁੱਟਿਆ ਵੀ ਹੈ ਤੇ ਸਿਆਸੀ ਅਖਾੜਿਆਂ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਨੂੰ ਚਿੱਤ ਵੀ ਕਰ ਸੁੱਟਿਆ ਹੈ। ਸਾਡੇ ਨਾਲ ਰਮਨੀਕ ਜੋਤ ਕੌਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਬਿਲਕੁਲ ਠੀਕ। ਤੁਸੀਂ ਦੱਸੋ? ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਤੁਹਾਨੂੰ। ਥੈਂਕ ਯੂ ਸੋ ਮਚ। ਥੈਂਕ ਯੂ। ਆਮ ਤੌਰ ਤੇ ਮੈਡੀਕਲ ਸਾਇੰਸਿਸ ਦਾ ਜਿਹਦਾ ਬੈਕਗਰਾਊਂਡ ਹੁੰਦਾ ਉਹਦਾ ਪੋਲਿਟਿਕਸ ਦੇ ਵਿੱਚ ਇੰਟਰਸਟ ਨਹੀਂ ਹੁੰਦਾ। ਤੁਹਾਡਾ ਇੱਧਰ ਨੂੰ ਕਿਵੇਂ ਇੰਟਰਸਟ ਬਣਿਆ? ਮੈਂ ਇਹ ਇੰਟਰਸਟ ਮੇਰਾ ਇਨੀਸ਼ੀਅਲੀ ਹਮੇਸ਼ਾ ਤੋਂ ਲੀਡਰਸ਼ਿਪ ਦਾ ਇੱਕ ਇੰਟਰਸਟ ਸੀ ਕਿਉਂਕਿ ਮੈਂ YPS ਮੋਹਾਲੀ ਤੋਂ ਪੜ੍ਹੀ ਹੋਈ ਹਾਂ ਅਤੇ ਉੱਥੇ ਜਿਵੇਂ ਸਾਡਾ ਸਟੂਡੈਂਟ ਕਾਊਂਸਲ ਹੁੰਦਾ ਸੀ ਅਤੇ ਉੱਥੇ ਬਟ ਐਵੇਂ ਇਲੈਕਸ਼ਨਸ ਨਹੀਂ ਹੁੰਦੇ ਪਰ ਲੀਡਰਸ਼ਿਪ ਹੁੰਦੀ ਸੀ। ਮੈਂ ਆਪ ਹੈੱਡ ਗਰਲ ਰਹਿ ਚੁੱਕੀ ਹਾਂ ਉਸ ਟਾਈਮ ਅਤੇ ਈਵਨ ਹਾਊਸ ਕੈਪਟਨ ਵੀ ਸੀ ਤਾਂ ਉੱਥੋਂ ਦੀ ਇੱਕ ਲੀਡਰਸ਼ਿਪ ਵਾਲੀ ਕੁਆਲਿਟੀ ਹਮੇਸ਼ਾ ਸੀ ਕਿ ਜੇ ਅੱਗੇ ਕਦੀ ਵੀ ਮੌਕਾ ਮਿਲੇ ਲੀਡਰਸ਼ਿਪ ਆਪਣੀ ਕੁਆਲਿਟੀ ਨੂੰ ਇੰਟਰੋਡਿਊਸ ਕਰਨ ਦਾ ਸਾਹਮਣੇ ਲਿਆਉਣ ਦਾ ਤਾਂ ਜ਼ਰੂਰ ਕਰਾਂਗੇ। ਫਿਰ ਜਦੋਂ ਮੈਂ ਇਸ ਯੂਨੀਵਰਸਿਟੀ 'ਚ ਆਈ ਮੈਂ ਦੇਖਿਆ ਕਿ ਮੈਨੂੰ ਬਾਕੀ ਮੈਡੀਕਲ ਦੇ ਡੈਂਟਲ ਕਾਲਜਸ ਨਾਲੋਂ ਵੱਖਰਾ ਕੀ ਮਿਲ ਰਿਹਾ ਇਸ ਯੂਨੀਵਰਸਿਟੀ ਦੇ ਵਿੱਚ ਡੈਂਟਲ ਕਾਲਜ ਵਿੱਚ ਰਹਿ ਕੇ ਹੀ ਤਾਂ ਦੈਟ ਵਾਜ਼ ਸਟੂਡੈਂਟ ਇਲੈਕਸ਼ਨਸ। ਸੋ ਮੈਨੂੰ ਲੱਗਿਆ ਇਹ ਇੱਕ ਇਹੋ ਜਿਹੀ ਜਗ੍ਹਾ ਸੀ ਜਿੱਥੇ ਮੈਂ ਆਪਣੇ ਹਰ ਤਰੀਕੇ ਦੀ ਕੁਆਲਿਟੀ ਨੂੰ ਯੂਜ਼ ਕਰ ਸਕਦੀ ਹਾਂ ਹਰ ਤਰੀਕੇ ਦੀ ਕੁਆਲਿਟੀ ਨੂੰ ਇੰਪਰੂਵ ਵੀ ਕਰ ਸਕਦੀ ਹਾਂ। ਸ਼ਾਇਦ ਉਹ ਲੀਡਰਸ਼ਿਪ ਹੋਵੇ ਸ਼ਾਇਦ ਉਹ ਵਰਸਟੈਲਿਟੀ ਹੋਵੇ ਸ਼ਾਇਦ ਉਹ ਓਰੇਟਰੀ ਸਕਿੱਲਸ ਹੋਣ ਸ਼ਾਇਦ ਉਹ ਤੁਹਾਡੇ ਅੰਦਰ ਲਿਸਨਿੰਗ ਸਕਿੱਲਸ ਹੋਣ ਤਾਂ ਇਹ ਸਾਰੀਆਂ ਚੀਜ਼ਾਂ ਦਾ ਮੈਨੂੰ ਲੱਗਿਆ ਇੱਥੇ ਇੱਕ ਮੌਕਾ ਮਿਲ ਰਿਹਾ ਅਤੇ ਇੱਕ ਇਹ ਵੀ ਇੱਕ ਜਿਹੜਾ ਮਿਥ ਸੀਗਾ ਸਾਰਿਆਂ ਦੇ ਦਿਮਾਗ ਦੇ ਵਿੱਚ ਕਿ ਜਿਵੇਂ ਤੁਸੀਂ ਸਾਇੰਸ ਬੈਕਗਰਾਊਂਡ 'ਤੇ ਹੁੰਦੇ ਹੋ ਤਾਂ ਦਿਸ ਮੀਨਸ ਦੈਟ ਯੂ ਆਰ ਅ ਬੁੱਕ ਵਰਮ ਯੂ ਕੈਨ ਨਾਟ ਸ਼ੋ ਐਨੀ ਕਾਈਂਡ ਆਫ ਪੋਲੀਟੀਕਲ ਇੰਟਰਸਟ। ਸੋ ਇਹ ਇੱਕ ਜਿਹੜਾ ਮਿਥ ਸੀ ਇਹ ਵੀ ਤੋੜਨਾ ਬਹੁਤ ਜ਼ਰੂਰੀ ਸੀ ਤਾਂ ਮੈਨੂੰ ਐਂ ਲੱਗਿਆ ਕਿ ਇੱਕ ਮੌਕਾ ਵਧੀਆ ਇਹ ਮਿਥ ਨੂੰ ਤੋੜਨ ਦਾ ਕਿਉਂਕਿ ਜ਼ਰੂਰੀ ਨਹੀਂ ਕਿ ਜੇ ਅਸੀਂ ਸਾਇੰਸ ਤੋਂ ਆ ਤਾਂ ਸਾਨੂੰ ਮਤਲਬ ਪੋਲੀਟੀਕਲੀ ਇੰਟਰਸਟ ਅਸੀਂ ਸ਼ੋਅ ਨਹੀਂ ਕਰ ਸਕਦੇ ਅਸੀਂ ਸਿਰਫ ਕਿਤਾਬੀ ਕੀੜੇ ਹਾਂ ਜਾਂ ਸਾਨੂੰ ਐਂ ਹੁੰਦਾ ਸਾਨੂੰ ਮਤਲਬ ਸਭ ਲੋਕ ਐਂ ਦਿਖਾਉਂਦੇ ਨੇ ਕਿ ਪਤਾ ਨਹੀਂ ਤੁਹਾਡੇ ਉੱਤੇ ਕਿਹੋ ਜਿਹਾ ਹੀ ਜ਼ੁਲਮ ਹੋ ਗਿਆ ਕਿ ਤੁਸੀਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਹੋ ਡੈਂਟਲ ਦੀ ਪੜ੍ਹਾਈ ਕਰ ਰਹੇ ਹੋ ਨਾ ਤੁਸੀਂ ਮੈਰਿਜਸ 'ਚ ਜਾ ਸਕਦੇ ਹੋ ਨਾ ਤੁਸੀਂ ਪਾਰਟੀਜ਼ 'ਚ ਜਾ ਸਕਦੇ ਹੋ ਨਾ ਤੁਸੀਂ ਵੈਸੇ ਇੰਜੋਏ ਕਰ ਸਕਦੇ ਹੋ। ਸਾਰੇ ਸਾਨੂੰ ਇੰਨੇ ਹੀ ਸਿੰਪਥੀ ਸ਼ੋਅ ਕਰਦੇ ਨੇ ਕਿ ਬਸ ਤੁਹਾਡੇ ਉੱਤੇ ਹਾਏ ਤੁਸੀਂ ਤਾਂ ਵਿਚਾਰੇ ਜਦ ਦੇਖੋ ਪੜ੍ਹਦੇ ਹੀ ਰਹਿੰਦੇ ਹੋ ਤੁਹਾਡੇ ਤਾਂ ਪੇਪਰ ਹੀ ਨਹੀਂ ਮੁੱਕਦੇ ਤੁਹਾਡੇ ਨਾਲ ਇਹ ਨਹੀਂ ਹੁੰਦਾ ਬਟ ਮੈਨੂੰ ਐਂ ਲੱਗਦਾ ਕਿ ਮਤਲਬ ਐਟ ਦੀ ਐਂਡ ਆਫ ਦ ਡੇ ਬਸ ਗੱਲ ਇਹੀ ਹੁੰਦੀ ਹੈ ਮੈਨੇਜਮੈਂਟ ਦੀ। ਜਦੋਂ ਤੁਹਾਨੂੰ ਬਹੁਤ ਸਾਰੇ ਆਪਸ਼ਨਸ ਇੱਕ ਜਗ੍ਹਾ 'ਤੇ ਮਿਲ ਰਹੇ ਨੇ ਤਾਂ ਉਸ ਚੀਜ਼ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਆਪਣੀ ਪਰਸਨੈਲਿਟੀ ਦੇ ਵਿੱਚ ਇੱਕ ਬੈਲੈਂਸ ਇੱਕ ਮੈਨੇਜਮੈਂਟ ਵਾਲੀ ਇੱਕ ਜਿਹੜੀ ਕੁਆਲਿਟੀ ਉਸ ਨੂੰ ਇੰਟਰੋਡਿਊਸ ਕਰ ਸਕੋ ਜੀ। ਸੋ ਉਹ ਇੱਕ ਸੀ ਮੈਂ ਕਿਹਾ ਕਿ ਹਾਲੇ ਟਾਈਮ ਹੈ ਆਪਣੇ ਆਪ ਨੂੰ ਰਗੜਾਉਣ ਦਾ ਕਿਉਂਕਿ ਕਹਿੰਦੇ ਨੇ ਕਿ ਸੋਨਾ ਜਿੰਨਾ ਤਪਦਾ ਓਨਾ ਹੀ ਨਿਖਰ ਕੇ ਆਉਂਦਾ। ਸੋ ਮੈਂ ਕਿਹਾ ਇੱਕ ਟਾਈਮ ਹੈ ਸਮਾਂ ਹੈ ਆਪਣੇ ਆਪ ਨੂੰ ਤਪਾਉਣ ਦਾ ਤਾਂ ਕਿ ਜਦੋਂ ਮੈਂ ਇਸ ਯੂਨੀਵਰਸਿਟੀ 'ਚੋਂ ਬਾਹਰ ਨਿਕਲਾਂ ਮੈਨੂੰ ਰਿਗਰੈਟ ਨਾ ਰਹੇ ਕਿ ਮੈਂ ਆਪਣੇ ਆਪ ਨੂੰ ਤਪਾਇਆ ਨਹੀਂ। ਸੋ ਇਸ ਲਈ ਤੇ ਤੁਸੀਂ ਸੱਤ ਨੂੰ ਹੀ ਕਿਉਂ ਚੂਜ਼ ਕਰਿਆ ਕਿਉਂਕਿ ਹੋਰ ਵੀ ਬਹੁਤ ਪੋਲੀਟੀਕਲ ਪਾਰਟੀਜ਼ ਸੀਗੀਆਂ? ਸਭ ਤੋਂ ਪਹਿਲਾਂ ਮੇਰਾ ਇਹ ਕਲੀਅਰ ਵਿਜ਼ਨ ਸੀ ਕਿ ਮੈਂ ਇੱਕ ਪੋਲੀਟੀਕਲ ਪਾਰਟੀ ਨੂੰ ਨਹੀਂ ਚੂਜ਼ ਕਰਨਾ ਕਿਉਂਕਿ ਉੱਥੇ ਪੋਲੀਟੀਕਲ ਪਾਰਟੀਜ਼ ਦੇ ਵਿੱਚ ਇਹ ਸੀਨ ਹੁੰਦਾ ਹੈ ਕਿ ਉੱਥੇ ਸਿਰਫ ਜੋ ਮੌਕਾ ਅੱਗੇ ਆਉਣ ਦਾ ਕਿਸੇ ਨੂੰ ਜੇ ਮਿਲਦਾ ਹੀ ਹੈ ਉਹ ਹਮੇਸ਼ਾ ਕੋਈ MLA ਦਾ ਜਿਵੇਂ ਕਿਸੇ ਦਾ ਕੋਈ ਰਿਸ਼ਤੇਦਾਰ ਹੋ ਗਿਆ ਉਸੇ ਨੂੰ ਹੀ ਮਿਲਦਾ। ਤੁਸੀਂ ਸ਼ਾਇਦ 6-7 ਸਾਲ ਤੱਕ ਜਿੰਨੀ ਮਰਜ਼ੀ ਮਿਹਨਤ ਕਰਦੇ ਜਾਓ ਤੁਹਾਨੂੰ ਕਦੀ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ। ਅਤੇ ਉਸ ਦੇ ਇਲਾਵਾ ਹਮੇਸ਼ਾ ਇੱਕ ਇਹ ਪ੍ਰੋਪੇਗੈਂਡਾ ਮਤਲਬ ਰਚਾਇਆ ਜਾਂਦਾ ਹੈ ਕਿ ਤੁਸੀਂ ਸਿਰਫ ਉਹਨਾਂ ਦੇ ਪ੍ਰੈਸ਼ਰ ਦੇ ਹਿਸਾਬ ਨਾਲ ਚੱਲਣਾ ਬਿਕੋਜ਼ ਤੁਹਾਨੂੰ ਫੰਡਿੰਗ ਪੋਲੀਟੀਕਲ ਪਾਰਟੀਜ਼ ਕਰ ਰਹੇ ਨੇ ਤਾਂ ਤੁਸੀਂ ਕਦੇ ਵੀ ਉਹਨਾਂ ਨੂੰ ਕੁਐਸਚਨ ਨਹੀਂ ਕਰ ਸਕਦੇ। ਸੋ ਹੁਣ ਜਦੋਂ ਅਸੀਂ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਨਾਲ ਹੋ ਜਾਂਦੇ ਹਾਂ ਲਿੰਕ ਤਾਂ ਸਾਡੇ ਉੱਤੇ ਸਿਰਫ ਸਟੂਡੈਂਟਸ ਦਾ ਪ੍ਰੈਸ਼ਰ ਹੁੰਦਾ ਸਾਡੇ ਉੱਤੇ ਕਿਸੇ ਗਵਰਨਮੈਂਟ ਦਾ ਕਿਸੇ ਪੋਲੀਟੀਕਲ ਪਾਰਟੀ ਦਾ ਪ੍ਰੈਸ਼ਰ ਨਹੀਂ ਹੈ।
ਤਾਂ ਅਸੀਂ ਬਿਲਕੁਲ ਹੀ ਬਿਨਾਂ ਡਰੇ ਹੈ ਨਾ ਬੇਡਰ ਹੋ ਮਤਲਬ ਬਿਨਾਂ ਡਰੇ ਅਸੀਂ ਅੱਗੇ ਆ ਕੇ ਆਪਣੇ ਇਸ਼ੂਜ਼ ਨੂੰ ਰੱਖ ਸਕਦੇ ਹਾਂ ਹੈ ਨਾ ਉਸ ਨੂੰ ਕੁਐਸਚਨ ਵੀ ਕਰ ਸਕਦੇ ਹਾਂ ਗਵਰਨਮੈਂਟ ਦੀ ਜਿਹੜੀ ਪੋਲਿਸੀਜ਼ ਇੰਟਰੋਡਿਊਸ ਹੋ ਰਹੀਆਂ ਨੇ ਉਹਨਾਂ ਨੂੰ ਕੁਐਸਚਨ ਵੀ ਕਰ ਸਕਦੇ ਹਾਂ ਅਤੇ ਇਹ ਇੱਕ ਰੀਜ਼ਨ ਸੀਗਾ ਕਿ ਮੈਂ ਸਟੂਡੈਂਟ ਆਰਗੇਨਾਈਜੇਸ਼ਨ ਨੂੰ ਚੂਜ਼ ਕੀਤਾ ਹੁਣ ਬਾਕੀ ਸਟੂਡੈਂਟ ਆਰਗੇਨਾਈਜੇਸ਼ਨ 'ਚੋਂ ਮੈਂ ਸੱਥ ਨੂੰ ਇਸ ਲਈ ਚੂਜ਼ ਕੀਤਾ ਕਿਉਂਕਿ ਸੱਥ ਇੱਕ ਹਲੇ ਹੀ ਮਤਲਬ ਬਹੁਤ ਹੀ ਨਿਊ ਆਰਗੇਨਾਈਜੇਸ਼ਨ ਹੈ ਜੋ ਇੱਕ ਰੀਸੈਂਟਲੀ ਡਿਵੈਲਪ ਹੋਈ ਹੈ ਅਤੇ ਜਦੋਂ ਮੈਂ ਦੇਖਿਆ ਕਿ ਇਸ ਆਰਗੇਨਾਈਜੇਸ਼ਨ ਦੇ ਵਿੱਚ ਕੁਆਲਿਟੀ ਹੈ ਕੁਆਂਟਿਟੀ ਨਾਲੋਂ ਤਾਂ ਮੇਰਾ ਇਹ ਹਮੇਸ਼ਾ ਰਿਹਾ ਹੈ ਕਿ ਕੁਆਂਟਿਟੀ ਦੇ ਪਿੱਛੇ ਨਾ ਭੱਜੋ ਠੀਕ ਹੈ ਜਿੱਥੇ ਤੁਹਾਨੂੰ ਬਹੁਤ ਲੋਕ ਮਿਲਦੇ ਨੇ ਬਹੁਤ ਮਤਲਬ ਸਾਰੇ ਅੱਖਾਂ ਬੰਦ ਕਰਕੇ ਬਸ ਉਹਦੇ ਪਿੱਛੇ ਚੱਲੀ ਜਾਂਦੇ ਨੇ ਕੁਆਲਿਟੀ ਨੂੰ ਵੀ ਤਾਂ ਦੇਖੋ ਪਹਿਲਾਂ ਕਿ ਕੀ ਤੁਸੀਂ ਜਿਨ੍ਹਾਂ ਦੇ ਪਿੱਛੇ ਚੱਲ ਰਹੇ ਹੋ ਅੱਖਾਂ ਬੰਦ ਕਰਕੇ ਕਿ ਉਹ ਤੁਹਾਨੂੰ ਉਸ ਤਰੀਕੇ ਦਾ ਮਤਲਬ ਇੱਕ ਜਿਵੇਂ ਕਹਿੰਦੇ ਨੇ ਪਾਵਰ ਆਫ ਵਰਡਸ ਬਾਰੇ ਹਮੇਸ਼ਾ ਗੱਲਬਾਤ ਕੀਤੀ ਹੈ ਆਰਗੇਨਾਈਜੇਸ਼ਨ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਇਹ ਪਾਵਰ ਇਹ ਸਰਬੱਤ ਦਾ ਭਲੇ ਦੇ ਉੱਤੇ ਗੱਲਬਾਤ ਕਰਦੀ ਹੈ ਸਰਬੱਤ ਦਾ ਭਲਾ ਮਤਲਬ ਸੁਸਾਇਟੀ ਦਾ ਵੈਲਫੇਅਰ ਅਤੇ ਉਹਦੇ ਨਾਲ ਹੀ ਅਸੀਂ ਪਾਵਰ ਆਫ ਵਰਡਸ ਬਾਰੇ ਵੀ ਗੱਲ ਕਰ ਸਕਦੇ ਹਾਂ ਲਿੰਕ ਕਰ ਸਕਦੇ ਹਾਂ ਅਤੇ ਉਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਸੀ ਅਤੇ ਉਹ ਜਦੋਂ ਮੈਂ ਬਾਕੀ ਆਰਗੇਨਾਈਜੇਸ਼ਨ 'ਚ ਦੇਖਿਆ ਮੈਨੂੰ ਇਸ ਆਰਗੇਨਾਈਜੇਸ਼ਨ 'ਚ ਮਿਲੀ ਕਿ ਇੱਥੇ ਜਿੰਨੇ ਵੀ ਮੈਂਬਰ ਸੀ ਉਹਨਾਂ ਲਈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਸੀ ਕਿ ਅਸੀਂ ਜਿਸ ਤਰੀਕੇ ਦੀ ਸ਼ਬਦਾਵਲੀ ਯੂਜ਼ ਕਰਾਂਗੇ ਅਤੇ ਅਸੀਂ ਕਿੰਨੇ ਹੀ ਇਮਾਨਦਾਰੀ ਨਾਲ ਕਰ ਸਕਦੇ ਹਾਂ ਇਹਦਾ ਇੱਕ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਹੁਣ ਜਿਵੇਂ ਤੁਸੀਂ ਕੱਲ੍ਹ ਦੀ ਹੀ ਗੱਲ ਲਾ ਲਓ ਬਾਕੀ ਸਾਰੀਆਂ ਜਿੰਨੇ ਵੀ ਜੋ ਵੀ ਕੈਂਡੀਡੇਟਸ ਜਿੱਤੇ ਨੇ ਹੈ ਨਾ ਪੋਲੀਟੀਕਲ ਪਾਰਟੀਜ਼ ਨਾਲ ਹੀ ਸੀ ਮੋਸਟਲੀ ਜਿੰਨੇ ਵੀ ਨੇ ਉਹਨਾਂ ਨੇ ਢੋਲ ਵਜਾਏ ਹੈ ਨਾ ਬਹੁਤ ਜਿਵੇਂ ਕਹਿੰਦੇ ਨੇ ਸਭ ਕੁਛ ਕੀਤਾ ਪਰ ਹੁਣ ਸਾਡੀ ਆਰਗੇਨਾਈਜੇਸ਼ਨ ਸੀ ਸਾਡੀ ਆਰਗੇਨਾਈਜੇਸ਼ਨ ਨੇ ਬਸ ਇੱਕ ਮਾਰਚ ਕੱਢਿਆ ਸਾਡੇ ਨਾਲ ਕੋਈ ਐਵੇਂ ਕੋਈ ਬਹੁਤ ਸਿਕਿਉਰਿਟੀ ਐਵੇਂ ਨਹੀਂ ਸੀ ਉਹਨਾਂ ਦੀ ਆਪ ਦੀ ਇੱਕ ਡਿਊਟੀ ਕਰਕੇ ਉਹ ਸਾਡੇ ਨਾਲ ਮੈਂ ਦੇਖਿਆ ਵੀ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਗਏ ਅਰਦਾਸ ਕਰੇ ਗੁਰਦੁਆਰੇ ਵੀ ਗਏ ਮੰਦਿਰ ਵੀ ਗਏ ਇਕੱਠੇ ਹੀ ਸੀਗਾ ਸਭ ਕੁਛ ਹੈ ਨਾ ਤਾਂ ਅਸੀਂ ਸਾਰਿਆਂ ਨੇ ਉੱਥੇ ਜਾ ਕੇ ਮੱਥਾ ਟੇਕਿਆ ਕਿਉਂਕਿ ਆਖਿਰਕਾਰ ਜੋ ਵੀ ਹੋਇਆ ਸਿਰਫ ਰੱਬ ਦੇ ਇੱਕ ਮਤਲਬ ਰੱਬ ਦੇ ਬਿਨਾਂ ਅਸੀਂ ਕੁਝ ਨਹੀਂ ਆ ਉਹਨਾਂ ਦੇ ਕਾਰਨ ਹੀ ਅਸੀਂ ਅੱਗੇ ਆਏ ਹਾਂ ਉਹਨਾਂ ਨੇ ਹੀ ਸਾਡੀ ਮਿਹਨਤ ਨੂੰ ਰੰਗ ਲਾਇਆ ਤਾਂ ਉਹਨਾਂ ਦਾ ਸ਼ੁਕਰਾਨਾ ਕਰਨਾ ਸਭ ਤੋਂ ਜ਼ਿਆਦਾ ਬਹੁਤ ਜ਼ਰੂਰੀ ਸੀ ਤਾਂ ਕਰਕੇ ਮੈਂ ਇਸ ਆਰਗੇਨਾਈਜੇਸ਼ਨ ਨੂੰ ਚੂਜ਼ ਕੀਤਾ ਥੋੜ੍ਹਾ ਜਿਹਾ ਮੈਂ ਚਾਹੂੰਗੀ ਤੁਸੀਂ ਆਪਣੇ ਫੈਮਿਲੀ ਬੈਕਗਰਾਊਂਡ ਬਾਰੇ ਵੀ ਦੱਸ ਦਿਓ ਮੈਂ ਸਭ ਤੋਂ ਪਹਿਲਾਂ ਇਹ ਦੱਸਾਂਗੀ ਕਿ ਅਸੀਂ ਕੀ ਕਹਿੰਦੇ ਨੇ ਮੈਂ ਕਿਸੇ ਵੀ ਪੋਲੀਟੀਕਲ ਬੈਕਗਰਾਊਂਡ ਤੋਂ ਨਹੀਂ ਹਾਂ ਕਿਉਂਕਿ ਇਹ ਵੀ ਕੁਐਸਚਨ ਆ ਜਾਂਦਾ ਹੈ ਕਈਆਂ ਨੂੰ ਕਿ ਤੂੰ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਇੰਟਰਸਟ ਕਿਵੇਂ ਸ਼ੋਅ ਕਰ ਸਕਦੀ ਹੈ ਜਿਸ ਮਤਲਬ ਤੇਰਾ ਕੋਈ ਪੋਲੀਟੀਕਲ ਬੈਕਗਰਾਊਂਡ ਹੋਊਗਾ ਸਟਰੋਂਗ ਪਰ ਮੇਰਾ ਇਸ ਤਰੀਕੇ ਦਾ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ ਹੈ ਅਤੇ ਮੇਰੀ ਫੈਮਿਲੀ ਅਸੀਂ ਮੋਹਾਲੀ ਤੋਂ ਹੀ ਹਾਂ ਅਤੇ ਮੇਰੀ ਸਕੂਲਿੰਗ ਵੀ YPS ਮੋਹਾਲੀ ਤੋਂ ਹੀ ਹੋਏ ਨੇ ਮੇਰੇ ਮੰਮਾ ਟੀਚਰ ਨੇ ਸ਼ੀ ਇਜ਼ ਅ ਪੰਜਾਬੀ ਟੀਚਰ ਐਂਡ ਮੇਰੇ ਫਾਦਰ ਗਵਰਨਮੈਂਟ ਜੋਬ ਕਰਦੇ ਨੇ ਗਵਰਨਮੈਂਟ EMPLOYE ਨੇ ਤੁਸੀਂ ਟਰਾਈ ਸਿਟੀ ਟੌਪਰ ਵੀ ਰਹੇ ਹੋ ਹਾਂਜੀ ਮੈਂ 10th ਦੇ ਵਿੱਚ ਅਤੇ 12th ਦੇ ਵਿੱਚ ਵੀ ਸੀ 12th ਦੇ ਵਿੱਚ ਮੇਰਾ ਆਲ ਇੰਡੀਆ ਰੈਂਕ ਸੀਗਾ ਜਦੋਂ ਉਹਨਾਂ ਨੇ ਓਵਰਆਲ ਕੱਢਦੇ ਨੇ ਤਾਂ ਮੇਰਾ ਆਲ ਇੰਡੀਆ ਰੈਂਕ ਵੀ ਆਇਆ ਸੀ ਫਸਟ ਈਅਰ 골ਡ ਮੈਡਲਿਸਟ ਵੀ ਹਾਂਜੀ ਮੇਰੇ ਫਸਟ ਈਅਰ ਦੇ ਵਿੱਚ ਵੀ ਟੌਪਰ ਰਹੀ ਹਾਂ ਜੀ ਸੱਥ ਜਿਵੇਂ ਤੁਸੀਂ ਜ਼ਿਕਰ ਕੀਤਾ ਨਵੀਂ ਪਾਰਟੀ ਹੈ ਦੂਜੀ ਵਾਰ ਤੁਸੀਂ ਇਲੈਕਸ਼ਨ ਕੰਟੈਸਟ ਕੀਤੀ ਹੈ ਅਤੇ ਦੂਜੀ ਵਾਰ ਦੇ ਵਿੱਚ ਹੀ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਵਾਈਸ ਪ੍ਰੈਸੀਡੈਂਟ ਦੀ ਪੋਸਟ 'ਤੇ ਤੁਸੀਂ ਜਿੱਤੇ ਹੋ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਇੰਝ ਲੱਗ ਰਿਹਾ ਕਿ ਇੰਨੇ ਸਾਲਾਂ ਦੀ ਕਿਉਂਕਿ ਰਣਮੀਕ ਤਾਂ ਸੱਥ ਕਰਕੇ ਆ ਮੈਂ ਤਾਂ ਹਾਲੇ ਹੀ ਆਈ ਹਾਂ ਮਤਲਬ ਮੈਨੂੰ ਸਾਲ ਹੀ ਕਿੰਨਾ ਹੋਇਆ 1.5 ਸਾਲ ਹੋਇਆ ਹੋਊਗਾ ਕਿਉਂਕਿ ਪਿਛਲੇ ਸਾਲ ਹੀ ਮੈਂ ਯੂਨੀਵਰਸਿਟੀ ਜੁਆਇਨ ਕੀਤੀ ਹੈ ਪਰ ਇਹਨਾਂ ਨੇ ਜੋ ਇੰਨੇ ਸਾਲਾਂ ਦੀ ਮਿਹਨਤ ਕਰ ਰਹੇ ਨੇ 2017 ਦੇ ਉਹਨਾਂ ਦੀ ਮਿਹਨਤ ਰੰਗ ਲਾਈ ਹੈ ਤਾਂ ਬਹੁਤ ਖੁਸ਼ੀ ਹੈ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਕਿ ਉਹਨਾਂ ਨੇ ਸਾਨੂੰ ਸੁਣਿਆ ਸਾਡੇ ਵਿਚਾਰਧਾਰਾ ਨੂੰ ਸਮਝਿਆ ਸਾਡੇ ਥੋਟਸ ਨੂੰ ਸਮਝਿਆ ਅਤੇ ਸਾਡਾ ਸਾਥ ਦਿੱਤਾ ਇਸ ਵਾਰ ਤੁਸੀਂ ਇਲੈਕਸ਼ਨਸ ਦੇ ਵਿੱਚ ਰਹਿ ਕੇ ਦੇਖਿਆ ਤੁਸੀਂ ਆਪ ਕੰਟੈਸਟ ਕਰੀਆਂ ਇਸ ਵਾਰ ਮਨੀ ਪਾਵਰ ਪੋਲੀਟਿਕਸ ਦਾ ਕਿੰਨਾ ਕੁ ਇਨਫਲੂਐਂਸ ਸੀਗਾ ਇਲੈਕਸ਼ਨਸ 'ਚ ਮਨੀ ਪਾਵਰ ਪੋਲੀਟਿਕਸ ਹਮੇਸ਼ਾ ਤੋਂ ਹੀ ਰਹੀ ਹੈ ਕਿਉਂਕਿ ਜਦੋਂ ਪੋਲੀਟੀਕਲ ਪਾਰਟੀਜ਼ ਆ ਜਾਂਦੀਆਂ ਨੇ ਤਾਂ ਫੰਡਿੰਗ ਉਹਨਾਂ ਨੂੰ ਹੁੰਦੀ ਹੈ ਤਾਂ ਮਨੀ ਪਾਵਰ ਪੋਲੀਟਿਕਸ ਹਮੇਸ਼ਾ ਹੁੰਦੀ ਹੈ ਪਰ ਸਟੂਡੈਂਟਸ ਦੇ ਉੱਤੇ ਹੁੰਦਾ ਕਿ ਉਹਨਾਂ ਨੇ ਉਸ ਨੂੰ ਐਕਸੈਪਟ ਕਰਨਾ ਜਾਂ ਨਹੀਂ ਅਤੇ ਮੈਨੂੰ ਇੰਝ ਲੱਗਦਾ ਕਿ ਇਸ ਵਾਰੀ ਸਟੂਡੈਂਟਸ ਨੇ ਨਹੀਂ ਕੀਤਾ ਐਟਲੀਸਟ ਉਹਨਾਂ ਨੇ ਮਤਲਬ ਜਿਵੇਂ ਮੈਂ ਜਿਸ ਪੋਸਟ 'ਤੇ ਕੰਟੈਸਟ ਕੀਤਾ ਤਾਂ ਫਿਰ ਮੇਰੇ ਨਾਲ 3 ਸੀਗੇ ਮਤਲਬ 3 ਓਪੋਜ਼ਿੰਗ ਕੈਂਡੀਡੇਟ ਸੀਗੇ ਇੱਕ ਕੈਂਡੀਡੇਟ ਅਨੁਰਾਗ ਵਰਿਦਾਨ ਸੀ ਜੋ ਖੁਦ ਅਲਾਇੰਸ 'ਚ ਸੀਗੇ ਸੋਈ ਨਾਲ ਇੰਸੋ ਐਂਡ ਹਿਮਸੋ 3 ਪਾਰਟੀਜ਼ ਨਾਲ ਅਲਾਇੰਸ ਸੀ ਅਤੇ ਉਸ ਤੋਂ ਇਲਾਵਾ CYSS ਨਾਲ ਇੱਕ ਹੋਰ ਅਲਾਇੰਸ ਸੀ ਹਿਮਸੂ ਨਾਲ ਸੋਰੀ ਦ ਅਦਰ ਵਨ ਵਾਜ਼ ਇਨ ਅਲਾਇੰਸ ਵਿਦ HPSU ਐਂਡ ਇੱਕ ਹੋਰ ਸੀਗੇ ਉਹ ISA ਤੋਂ ਸੀ ਪਰ ਉਹ ਜਿਹੜਾ ਇੱਕ ਆਪਾਂ ਵੇਰੀਏਸ਼ਨ ਜਿਹੜਾ ਅਸੀਂ ਦੇਖਿਆ ਸੀ ਤਾਂ ਮੇਰੀ ਪੋਸਟ ਦੇ ਉੱਤੇ ਜੋ ਮੈਂ ਸਾਰਿਆਂ ਨੂੰ ਸਟੂਡੈਂਟਸ ਤੱਕ ਅਸੀਂ ਇਹੀ ਚੀਜ਼
ਦੱਸਣਾ ਚਾਹੁੰਦੇ ਸੀ ਕਿ ਇਹ ਜਿਹੜਾ ਪੋਲੀਟੀਕਲ ਪਾਰਟੀਜ਼ ਆ ਕੇ ਇੱਥੇ ਦਾ ਕਲਚਰ ਇੰਟਰੋਡਿਊਸ ਕਰ ਰਹੇ ਨੇ, ਮਨੀ ਪਾਵਰ ਪੋਲੀਟਿਕਸ ਵਾਲਾ, ਇਹਨੂੰ ਤੋੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਨਡਾਇਰੈਕਟਲੀ ਇਹ ਸਾਨੂੰ ਇਹ ਦੱਸਣਾ ਚਾਹ ਰਹੇ ਨੇ ਕਿ ਅਸੀਂ ਸਟੂਡੈਂਟਸ ਬਿਕਾਊ ਹਾਂ ਨਾ। ਤੁਸੀਂ ਸਾਨੂੰ ਮਤਲਬ ਤੁਸੀਂ ਸਾਨੂੰ ਇਹ ਕਹਿ ਰਹੇ ਹੋ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਤੇ ਤੁਸੀਂ ਸਾਨੂੰ ਵੋਟ ਪਾ ਦੋਗੇ, ਜਾਂ ਅਸੀਂ ਤੁਹਾਨੂੰ ਚੋਕਲੇਟਸ ਦੇ ਰਹੇ ਹਾਂ ਤਾਂ ਵੀ ਤੁਸੀਂ ਸਾਨੂੰ ਵੋਟ ਪਾ ਦੋਗੇ। ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਾਨੂੰ ਬਿਕਾਊ ਸਮਝ ਰਹੇ ਹੋ। ਐਂਡ ਇਹੀ ਇੱਕ ਕੁਐਸਚਨ ਸੀਗਾ ਕਿ ਤੁਸੀਂ ਆਪ ਦੱਸੋ ਕਿ ਜੇ ਸਾਡੇ ਸਟੂਡੈਂਟਸ ਇਸ ਤਰੀਕੇ ਨਾਲ ਬਿਹੇਵ ਕਰਨ ਲੱਗ ਜਾਏ, ਮਤਲਬ ਇਸ ਨੂੰ ਐਕਸੈਪਟ ਕਰਨ ਲੱਗ ਜਾਣ, ਤਾਂ ਸਾਡੀ ਸੋਸਾਇਟੀ ਦਾ ਕੀ ਹੋਊਗਾ, ਸਾਡੇ ਫਿਊਚਰ ਦਾ ਕੀ ਹੈ, ਸਾਡੇ ਨੇਸ਼ਨ ਦਾ ਕੀ ਹੈ। ਅਸੀਂ ਵੀ ਅੱਗੇ ਜਾ ਕੇ ਮਤਲਬ ਹੁਣ 18 ਈਅਰਸ ਦੇ ਤਾਂ ਸਾਰੇ ਹੋ ਹੀ ਗਏ ਆ, ਸਾਨੂੰ ਵੀ ਵੋਟਿੰਗ ਦਾ ਹੱਕ ਮਿਲਦਾ ਅੱਗੇ ਪੋਲੀਟਿਕਸ ਦੇ ਵਿੱਚ, ਜਿੰਨੇ ਵੀ ਨੈਸ਼ਨਲ ਲੈਵਲ, ਪੰਜਾਬ ਲੈਵਲ 'ਤੇ, ਸਟੇਟ ਲੈਵਲ 'ਤੇ ਪੋਲੀਟਿਕਸ ਹੁੰਦੀਆਂ ਨੇ, ਤਾਂ ਉੱਥੇ ਵੀ ਅਸੀਂ ਕੀ ਇਹ ਸਭ ਚੀਜ਼ਾਂ ਪ੍ਰਮੋਟ ਕਰਨਾ ਚਾਹੁੰਦੇ ਹਾਂ। ਤਾਂ ਇਹ ਇੱਕ ਸੀ ਜਿਹੜੀ ਅਸੀਂ ਸਟੂਡੈਂਟਸ ਤੱਕ ਪਹੁੰਚਾਈ ਹੈ ਗੱਲ, ਅਤੇ ਸਟੂਡੈਂਟਸ ਨੇ ਇਸ ਗੱਲ ਨੂੰ ਸਮਝਿਆ ਵੀ ਹੈ ਅਤੇ ਉਹਨਾਂ ਨੇ ਇਹ ਚੀਜ਼। ਮਨੀ ਪਾਵਰ ਪੋਲੀਟਿਕਸ ਦੇ ਅੱਗੇ ਟਿਕਣਾ ਇੱਕ ਨੋਨ ਪੋਲੀਟੀਕਲ ਐਫੀਲੀਏਟਡ ਪਾਰਟੀ ਨੂੰ ਕਿੰਨਾ ਕੁ ਵੱਡਾ ਚੈਲੰਜ ਸੀ ਤੁਹਾਡੇ ਲਈ? ਚੈਲੰਜ ਬਹੁਤ ਵੱਡਾ ਹੁੰਦਾ, ਬਹੁਤ ਵੱਡਾ ਹੁੰਦਾ, ਕਿਉਂਕਿ ਸਾਡੇ ਯੂਨੀਵਰਸਿਟੀ ਦੇ ਵਿੱਚ 62 ਡਿਪਾਰਟਮੈਂਟਸ ਨੇ, ਅਤੇ ਉਹ 62 ਡਿਪਾਰਟਮੈਂਟਸ ਨੇ, ਬਹੁਤ ਗਿਣਤੀ ਦੇ ਵਿੱਚ ਸਟੂਡੈਂਟਸ ਨੇ, ਵੱਖਰੇ ਵੱਖਰੇ ਮਤਲਬ ਕਾਸਟਸ, ਵੱਖਰੇ ਵੱਖਰੇ ਕਮਿਊਨਿਟੀਜ਼, ਵੱਖਰੇ ਵੱਖਰੇ ਸਟੇਟਸ, ਵੱਖਰੇ ਵੱਖਰੇ ਰਿਲੀਜਨ, ਵੱਖਰੇ ਵੱਖਰੇ ਪ੍ਰੋਫੈਸ਼ਨ, ਬਹੁਤ ਮਤਲਬ ਡਾਈਵਰਸਿਟੀ ਹੈ ਇਸ ਯੂਨੀਵਰਸਿਟੀ ਦੇ ਵਿੱਚ। ਅਤੇ ਇੰਨੇ ਡਾਈਵਰਸ ਲੋਕਾਂ ਨੂੰ, ਇੰਨੇ ਡਾਈਵਰਸ ਸੋਚਾਂ ਨੂੰ, ਹੈ ਨਾ, ਕਿਉਂਕਿ ਮੈਨੂੰ ਲੱਗਦਾ ਜਿੰਨੀ ਡਾਈਵਰਸਿਟੀ ਉਨੀ ਹੀ ਡਾਈਵਰਸ ਥਿੰਕਿੰਗ। ਬਿਲਕੁਲ, ਉਹ ਇੰਨੀ ਡਾਈਵਰਸ ਥਿੰਕਿੰਗ ਨੂੰ ਆਪਣੀ ਇੱਕ ਗੱਲ 'ਤੇ ਸਹਿਮਤ ਕਰਨਾ, ਇਸ ਗੱਲ 'ਤੇ ਸਮਝਾਉਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ। ਪਰ ਸ਼ਾਇਦ ਉਹ ਹੋ ਗਿਆ, ਕਿਉਂਕਿ ਉਹਦੇ ਲਈ ਮਿਹਨਤ ਬਹੁਤ ਲੱਗੀ ਹੈ, ਬਹੁਤ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ ਇਸ ਚੀਜ਼ ਦੇ ਉੱਤੇ। ਮੈਂ ਇਹ ਨਹੀਂ ਕਹੂੰਗੀ ਕਿ ਇਹ 7 ਦਿਨਾਂ ਦੀ ਮਿਹਨਤ ਹੈ ਜਾਂ 1 ਮਹੀਨੇ ਦੀ ਮਿਹਨਤ ਹੈ ਜਾਂ 2 ਮਹੀਨੇ ਦੀ ਮਿਹਨਤ ਹੈ, ਬਹੁਤ ਸਾਲਾਂ ਦੀ ਮਿਹਨਤ ਹੈ। ਉਹ ਪੂਰੀ ਸਾਲਾਂ ਦੀ ਮਿਹਨਤ ਅੱਜ ਰੰਗ ਲੱਗੀ ਹੈ। ਡਾਈਵਰਸਿਟੀ ਦੀ ਤੁਸੀਂ ਗੱਲ ਕੀਤੀ, ਸੱਥ ਜਿਹੜੀ ਤੁਹਾਡੀ ਪਾਰਟੀ ਜਿਹਦੇ ਨਾਲ ਤੁਸੀਂ ਐਫੀਲੀਏਟਡ ਹੋ, ਉਸ 'ਤੇ ਇਲਜ਼ਾਮ ਲੱਗਦਾ ਵੀ ਇਹ ਸਿਰਫ ਸਿੱਖਾਂ ਦੀ ਪਾਰਟੀ ਹੈ, ਅਤੇ ਜਿਹੜੇ ਇਲਜ਼ਾਮ ਲਾਉਂਦੇ ਨੇ ਤੁਹਾਨੂੰ ਉਹਨਾਂ ਦਾ ਕੀ ਜਵਾਬ ਹੈ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਜਿਹੜੀ ਸੱਥ ਆਰਗੇਨਾਈਜੇਸ਼ਨ ਹੈ ਉਹ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਹੈ ਜੋ ਸਟੂਡੈਂਟਸ ਤੋਂ ਬਣੀ ਹੈ, ਅਤੇ ਸਾਡੇ ਆਰਗੇਨਾਈਜੇਸ਼ਨ ਦੇ ਵਿੱਚ ਪੰਜਾਬ ਤੋਂ ਵੀ ਨੇ, ਹਰਿਆਣਾ ਤੋਂ ਵੀ ਨੇ, ਬਿਹਾਰ ਤੋਂ ਵੀ ਨਾਲ ਜੁੜੇ ਹੋਏ ਨੇ, ਉੱਤਰਾਖੰਡ ਤੋਂ ਵੀ ਜੁੜੇ ਹੋਏ ਨੇ ਲੋਕ, ਲੱਦਾਖ ਤੋਂ ਵੀ ਨੇ। ਅਤੇ ਡਾਈਵਰਸਿਟੀ ਦਾ ਬੈਸਟ ਐਗਜ਼ਾਮਪਲ ਸਟੂਡੈਂਟਸ ਨੇ ਇਸ ਵਾਰੀ ਆਪਣੇ ਆਪ ਹੀ ਸਾਡੇ ਰਿਜ਼ਲਟਸ ਨਾਲ ਹੀ ਦੇਤਾ। ਅਤੇ ਸੈਕਿੰਡਲੀ ਸਿੱਖਾਂ ਦੀ ਮੈਂ ਇਸ ਬਾਰੇ ਜੋ ਗੱਲ ਕਹੂੰਗੀ, ਸਿੱਖੀਜ਼ਮ ਇੱਕ ਬਹੁਤ ਮਾਡਰਨ ਧਰਮ ਹੈ, ਠੀਕ ਹੈ। ਸਾਡੇ ਜਿੰਨੇ ਵੀ ਗੁਰੂ ਨੇ, ਜੇ ਤੁਸੀਂ ਆਪ ਦੇਖੋ, ਸਾਡੇ ਗੁਰੂ ਨਾਨਕ ਦੇਵ ਜੀ ਕਿੰਨੇ ਜਗ੍ਹਾਵਾਂ 'ਤੇ ਗਏ ਨੇ, ਮੈਕਾ ਹੋ ਗਿਆ, ਲੱਦਾਖ ਹੋ ਗਿਆ, ਵੱਖਰੀ ਵੱਖਰੀ ਜਗ੍ਹਾ 'ਤੇ ਗਏ ਨੇ, ਅਤੇ ਉੱਥੇ ਉਹਨਾਂ ਨੇ ਵੱਖਰੇ ਵੱਖਰੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਅਤੇ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਕਿ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰਕੇ, ਹੈ ਨਾ, ਵਿਚਾਰਧਾਰਾ ਆਪਣੀ ਸਾਂਝੀ ਕਰਕੇ ਜਿਹੜੇ ਇਸ਼ੂਜ਼ ਨੇ ਉਸ ਸੁਸਾਇਟੀ ਦੇ, ਉਹਨਾਂ ਨੂੰ ਸਮਝੋ, ਠੀਕ ਹੈ, ਅਤੇ ਉਹਨਾਂ ਦੇ ਉੱਤੇ ਫੈਸਲਾ ਲਵੋ। ਸਾਡੇ ਆਪ ਦੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ, ਹੈ ਨਾ, ਸਾਡੇ ਕੋਲ ਸਿਰਫ ਸਾਡੇ ਗੁਰੂਆਂ ਦੀ ਬਾਣੀ ਨਹੀਂ ਹੈ ਨਾ, ਸਾਡੇ ਕੋਲ ਕਬੀਰ ਦਾਸ ਜੀ ਦੀ ਬਾਣੀ ਵੀ ਹੈ, ਸਾਡੇ ਕੋਲ ਵੱਖਰੇ ਵੱਖਰੇ ਮਤਲਬ ਪਰਸਨੈਲਿਟੀਜ਼ ਉਸ ਟਾਈਮ 'ਤੇ ਜੋ ਸੀ ਉਹਨਾਂ ਦੀਆਂ ਬਾਣੀਆਂ ਹੈਗੀਆਂ। ਤਾਂ ਸਿੱਖੀਜ਼ਮ ਬਹੁਤ ਮਾਡਰਨ ਧਰਮ ਹੈ, ਠੀਕ ਹੈ। ਉਹ ਆਪ ਬਹੁਤ ਡਾਈਵਰਸਿਟੀ ਨੂੰ ਪ੍ਰਮੋਟ ਕਰਦਾ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੋ ਜੇ ਤੁਸੀਂ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਫਾਰਸੀ ਲੈਂਗੁਏਜ ਬਹੁਤ ਯੂਜ਼ ਹੁੰਦੀ ਸੀਗੀ, ਹੈ ਨਾ, ਕੀ ਕਹਿੰਦੇ ਨੇ, ਵੱਖਰੇ, ਅਤੇ ਉਸ ਟਾਈਮ 'ਤੇ ਇੰਨੇ ਜ਼ਿਆਦਾ ਲੋਕ ਜੁੜੇ ਹੋਏ ਸੀ, ਠੀਕ ਹੈ, ਇੰਨੇ ਵੱਡੇ ਪੱਧਰ 'ਤੇ ਉਹਨਾਂ ਦਾ ਪੂਰਾ ਕਿੰਗਡਮ ਸੀ। ਤਾਂ ਉਹ ਸਿਰਫ ਇੱਕ ਮਤਲਬ ਮੈਂ ਨਹੀਂ ਕਹੂੰਗੀ ਕਿ ਸਿਰਫ ਸਿੱਖਾਂ ਨੇ ਚਲਾਇਆ, ਉਸ ਦੇ ਵਿੱਚ ਸਾਰਿਆਂ ਦੇ ਪੂਰਾ ਰੋਲ ਸੀਗਾ। ਅਤੇ ਇੱਕ ਡਾਈਵਰਸਿਟੀ ਸੀ, ਉਦੋਂ ਵੀ ਸੀ, ਹੁਣ ਵੀ ਰਹੇ ਹਾਂ। ਕਦੋਂ ਵੀ ਪੰਜਾਬ ਦਾ ਇਤਿਹਾਸ ਫਰੋਲ ਲਓ, ਸਾਡੇ ਤਾਂ ਡਾਈਵਰਸਿਟੀ ਹਮੇਸ਼ਾ ਨਜ਼ਰ ਆਉਂਦੀ ਹੈ। 5 ਦਰਿਆ ਨੇ, 5 ਦਰਿਆਵਾਂ ਦੇ ਵਿੱਚ ਤੁਸੀਂ ਆਪ ਦੱਸੋ, ਸਾਡੀ ਪੰਜਾਬੀ ਬੋਲੀ ਹੈ, ਹਰ ਜਗ੍ਹਾ ਸਾਡੀ ਜਿਹੜੀ ਲੈਂਗੁਏਜ ਹੈ ਉਹਦਾ ਐਕਸੈਂਟ ਡਿਫਰੈਂਟ ਹੁੰਦਾ। ਪੁਆਧੀ ਅਲੱਗ ਤਰੀਕੇ ਨਾਲ ਬੋਲਦੇ ਨੇ, ਮਲਵਈ ਅਲੱਗ ਤਰੀਕੇ ਨਾਲ ਬੋਲਦੇ ਨੇ, ਡਾਈਵਰਸਿਟੀ ਤਾਂ ਇੱਥੇ ਹੀ ਆ ਗਈ ਹੈ ਜੀ। ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਹੈ ਸੱਥ, ਉਸ ਦਾ ਮਕਸਦ ਕੀ ਹੈ? ਕਿਉਂਕਿ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਤਾਂ ਉਹਦੇ ਵਿੱਚ ਤੁਸੀਂ ਕਿਹਾ ਕਿ ਲੀਡਰਸ਼ਿਪ ਕ੍ਰਾਈਸਿਸ ਹੈ, ਇੱਕ ਖਲਾ ਹੈ, ਲੀਡਰਸ ਨਹੀਂ ਹੈਗੇ ਪੰਜਾਬ ਕੋਲ। ਕੀ ਸੱਥ ਦਾ ਮਕਸਦ ਪ੍ਰੈਜ਼ੈਂਟ ਤੇ ਭਵਿੱਖ ਦੇ ਲੀਡਰਸ ਵੀ ਦੇਣਾ ਹੈ ਪੰਜਾਬ ਨੂੰ? ਬਿਲਕੁਲ, ਸਾਡਾ ਇੱਕ ਆਹੀ ਮਕਸਦ ਹੈ ਕਿ ਅਸੀਂ ਸਟੂਡੈਂਟ ਵੈਲਫੇਅਰ ਦੇ ਨਾਲ ਨਾਲ ਕਲੈਕਟਿਵ ਲੀਡਰਸ਼ਿਪ ਵੀ ਇਸਟੈਬਲਿਸ਼ ਕਰੀਏ, ਕਿਉਂਕਿ ਜਿਹੜਾ ਕਿਉਂਕਿ ਸਟੂਡੈਂਟਸ ਜਿਹੜੇ ਹੁੰਦੇ ਨੇ ਹਮੇਸ਼ਾ ਬੇਸ ਹੁੰਦੇ ਨੇ,
ਸੁਸਾਇਟੀ ਦੇ, ਤਾਂ ਇੱਕ ਬੇਸ ਬਣਾਉਣਾ ਜ਼ਰੂਰੀ ਸੀ। ਅਤੇ ਸਾਡੀ ਆਰਗੇਨਾਈਜੇਸ਼ਨ ਨੇ ਬੇਸ ਬਣਾਇਆ ਕਿ ਅਸੀਂ ਇੱਥੋਂ ਦੀ ਜਿੰਨੇ ਵੀ ਯੂਨੀਵਰਸਿਟੀਜ਼ ਨੇ, ਸ਼ਾਇਦ GNDU ਹੋ ਗਿਆ, ਪੰਜਾਬੀ ਯੂਨੀਵਰਸਿਟੀ ਹੋ ਗਿਆ, ਪੰਜਾਬ ਯੂਨੀਵਰਸਿਟੀ ਹੋ ਗਿਆ, ਕਿਉਂਕਿ ਹਾਲੇ ਅਸੀਂ ਇੱਥੇ ਇਨੀ ਯੂਨੀਵਰਸਿਟੀ ਦੇ ਵਿੱਚ ਐਕਟਿਵਲੀ ਕੰਮ ਕਰ ਰਹੇ ਹਾਂ, ਤਾਂ ਅਸੀਂ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਬੇਸ ਬਣਾ ਰਹੇ ਹਾਂ ਕਿ ਇੱਥੇ ਹੋਰ ਲੀਡਰ ਅਸੀਂ ਨਿਕਲ ਸਕੀਏ। ਅਤੇ ਨਾਲ ਨਾਲ ਹੁਣ ਅਸੀਂ ਹੋਰ ਵੀ ਅੱਗੇ ਪੱਧਰ 'ਤੇ ਜਾਵਾਂਗੇ, ਬਾਕੀ ਜਿੰਨੇ ਆਪਣੇ ਕਾਲਜਸ ਨੇ ਉੱਥੇ ਵੀ ਕੰਮ ਕਰਨਾ ਜ਼ਰੂਰ ਚਾਹਾਂਗੇ ਜੀ। ਜਿਹੜੀ ਤੁਹਾਡੀ ਪਾਰਟੀ ਹੈ ਜਾਂ ਫਿਰ ਜਿਸ ਬੈਨਰ ਦੇ ਹੇਠ ਤੁਸੀਂ ਚੋਣਾਂ ਲੜੀਆਂ, ਉਸ 'ਤੇ ਵੀ ਕਾਫੀ ਸਵਾਲ ਉੱਠੇ, ਤੇ ਤੁਸੀਂ ਲੜੀਆਂ, ਕੰਟੈਸਟ ਕੀਤੀਆਂ ਇਲੈਕਸ਼ਨਸ, ਤੇ ਤੁਸੀਂ ਜਿੱਤੇ ਵੀ ਉਸੇ ਬੈਨਰ ਦੇ ਹੇਠ। ਬਿਲਕੁਲ। ਭਾਈ ਜਸਵੰਤ ਸਿੰਘ ਖਾਲੜਾ ਜੀ ਬਹੁਤ ਹੀ ਪਿਓਰ ਅਤੇ ਬਹੁਤ ਹੀ ਇਮਾਨਦਾਰ ਇੰਡੀਵਿਜੂਅਲ ਨੇ। ਹੀ ਵਾਜ਼ ਜਸਟ ਅ ਹਿਊਮਨ ਰਾਈਟਸ ਐਕਟਿਵਿਸਟ, ਜੋ ਉਸ ਟਾਈਮ ਦੇ ਸਿਚੁਏਸ਼ਨ 'ਤੇ ਹਿਸਾਬ ਨਾਲ ਉਹ ਬੇਸਹਾਰਿਆਂ ਲਈ ਸਹਾਰਾ ਬਣੇ। ਲਾਸ਼ਾਂ ਲੱਭਦੇ ਲੱਭਦੇ ਇੱਕ ਆਪ ਲਾਸ਼ ਬਣ ਗਏ। ਹੀ ਵਾਜ਼ ਅ ਬੈਂਕ ਮੈਨੇਜਰ, ਹੈ ਨਾ। ਉਹ ਇੱਕ ਆਮ ਆਦਮੀ ਸੀ। ਜਦੋਂ ਉਹਨਾਂ ਨੇ ਦੇਖਿਆ ਕਿ ਉਸ ਟਾਈਮ 'ਤੇ ਇਹ ਹਾਲਾਤ ਆ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਚੱਲ ਰਿਹਾ ਸੀ ਉਹਨਾਂ ਦੇ ਆਪ ਦੇ ਲੋਕ ਕਿੱਥੇ ਗਏ ਨੇ, ਉਹਨਾਂ ਨੂੰ ਲੱਭਣ ਚਲੇ ਗਏ। ਤਾਂ ਉਹ ਜਿਹੜੇ ਨੇ ਨਾ, ਉਹ ਬਹੁਤ ਇਮਾਨਦਾਰ ਇੰਡੀਵਿਜੂਅਲ ਨੇ ਜੋ ਮਨੁੱਖਤਾ ਲਈ ਕੰਮ ਕਰ ਰਹੇ ਸੀ। ਅਤੇ ਜਦੋਂ ਅਸੀਂ ਉਹਨਾਂ ਦੀ ਇਮਾਨਦਾਰੀ ਨੂੰ ਇਸ ਤਰੀਕੇ ਨਾਲ ਚੈਲੰਜ ਕਰਦੇ ਹਾਂ, ਲੋਕ ਮਤਲਬ ਜਿਹੜੀ ਪੋਲੀਟੀਕਲ ਪਾਰਟੀਜ਼ ਨੇ ਇਸ ਤਰੀਕੇ ਨਾਲ ਉਹਨਾਂ ਦੇ ਉੱਤੇ ਐਲੀਗੇਸ਼ਨਸ ਲਾਉਂਦੀਆਂ, ਮੈਨੂੰ ਬਹੁਤ ਮਤਲਬ ਬੁਰਾ ਲੱਗਦਾ ਹੈ ਕਿ ਇਸ ਦਾ ਮਤਲਬ ਇਹ ਤਾਂ ਤੁਸੀਂ ਇਹੀ ਕਹਿਣਾ ਚਾਹ ਰਹੇ ਹੋ ਕਿ ਸਾਡੇ ਇੱਥੇ ਜਿੰਨੇ ਵੀ ਇਮਾਨਦਾਰ ਲੋਕ ਉੱਠਦੇ ਨੇ ਉਹਨਾਂ ਨੂੰ ਉੱਠਣਾ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਉਹਨਾਂ ਦੇ ਉੱਤੇ ਤਾਂ ਇਸ ਤਰੀਕੇ ਦੇ ਐਲੀਗੇਸ਼ਨ ਹੀ ਲੱਗਣੇ ਨੇ, ਹੈ ਨਾ। ਇਹ ਇਨਡਾਇਰੈਕਟਲੀ ਤੁਸੀਂ ਇਹੀ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਕਿ ਇਮਾਨਦਾਰੀ ਤਾਂ ਖਤਮ ਕਰ ਰਹੇ ਹੋ, ਕਰਪਸ਼ਨ ਤਾਂ ਤੁਸੀਂ ਇੱਥੋਂ ਦੀ ਸ਼ੁਰੂ ਕਰ ਰਹੇ ਹੋ, ਇਮਾਨਦਾਰੀ ਖਤਮ ਹੈ। ਇਹੀ ਤਾਂ ਇੱਕ ਰੀਜ਼ਨ ਹੈ ਕਿ ਜਿਹੜੇ ਆਮ ਘਰਾਂ ਤੋਂ ਜਿਹੜੇ ਸਾਡੇ ਸਟੂਡੈਂਟਸ ਆਉਂਦੇ ਨੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ, ਜੇ ਉਹ ਮੌਕਾ ਮਿਲ ਵੀ ਜਾਂਦਾ ਹੈ ਨਾ, ਪਹਿਲਾਂ ਤਾਂ ਮੌਕਾ ਨਹੀਂ ਮਿਲਦਾ, ਚਲੋ ਜੇ ਮੌਕਾ ਮਿਲ ਵੀ ਜਾਂਦਾ ਤਾਂ ਇਹ ਡਰ ਹੁੰਦਾ ਕਿ ਆਈਏ ਜਾਂ ਨਾ ਆਈਏ। ਇਹੀ ਇੱਕ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਹਾਂ ਨਾ, ਬਹੁਤ ਘੱਟ ਲੋਕ ਸਾਡੇ ਇਮਾਨਦਾਰੀ ਨੂੰ ਦੇਖਦੇ ਨੇ, ਵਰਨਾ ਹਮੇਸ਼ਾ ਹੀ ਰਿਹਾ ਕਿ ਇਮਾਨਦਾਰੀ ਦੇ ਉੱਤੇ ਕੁਐਸਚਨ ਹੀ ਉਠਾਇਆ ਜਾਂਦਾ। ਰਣਮੀਤ, ਮੈਂ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹੂੰਗੀ, ਬਤੌਰ ਔਰਤ ਤੁਸੀਂ ਕੀ ਚੈਲੰਜਿਸ ਇਸ ਵਾਰ ਫੇਸ ਕੀਤੇ, ਕਿਉਂਕਿ ਸੌਖਾ ਨਹੀਂ ਹੁੰਦਾ। ਜਿਵੇਂ ਤੁਸੀਂ ਪਹਿਲਾਂ ਵੀ ਦੱਸ ਰਹੇ ਸੀ, ਜਦੋਂ ਤੁਸੀਂ ਪ੍ਰਚਾਰ ਕਰ ਰਹੇ ਸੀ, ਇਨਐਪਰੋਪ੍ਰੀਏਟ ਲੈਂਗੁਏਜ ਦਾ ਵੀ ਯੂਜ਼ ਹੋਇਆ ਤੁਹਾਡੇ ਕੁਝ ਫੀਮੇਲ ਕੈਂਡੀਡੇਟਸ। ਬਿਲਕੁਲ, ਹਾਂਜੀ। ਇਹ ਇੱਕ ਹਮੇਸ਼ਾ ਇਸ਼ੂ ਫੇਸ ਹੋਇਆ ਸਿਕਿਉਰਿਟੀ ਦਾ ਸੀ ਕਿ ਸਿਕਿਉਰਿਟੀ, ਈਵਨ ਜਦੋਂ ਮੈਂ ਫਾਦਰ ਮੰਮਾ ਪਾਪਾ ਨਾਲ ਵੀ ਗੱਲ ਕੀਤੀ, ਉਹਨਾਂ ਨੇ ਵੀ ਇਹੀ ਕੁਐਸਚਨ ਕੀਤਾ ਕਿ ਰਣਮੀਤ ਸਿਕਿਉਰਿਟੀ ਦਾ ਧਿਆਨ ਰੱਖਣਾ ਆਪਣਾ। ਉਹ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਲੱਕੀਲੀ ਮੇਰੇ ਆਰਗੇਨਾਈਜੇਸ਼ਨ ਦੇ ਵਿੱਚ ਜਿੰਨੇ ਵੀ ਮੈਂਬਰ ਸੀ ਉਹਨਾਂ ਨੇ ਮੇਰਾ ਬਹੁਤ ਧਿਆਨ ਰੱਖਿਆ। ਹਰ ਵਾਰੀ ਮੇਰੇ ਨਾਲ ਕੁੜੀਆਂ ਵੀ ਹਮੇਸ਼ਾ ਰਹਿੰਦੀਆਂ ਸੀ, ਮੈਂਬਰ ਹਮੇਸ਼ਾ ਨਾਲ ਰਹੇ ਨੇ, ਕਦੀ ਇਕੱਲੇ ਨਹੀਂ ਛੱਡਿਆ, ਹਮੇਸ਼ਾ ਨਾਲ ਰਹੇ ਨੇ। ਅਤੇ ਕੁੜੀਆਂ ਨੇ ਆਪ ਵੀ ਬਹੁਤ ਸਪੋਰਟ ਕੀਤੀ ਹੈ। ਜਦੋਂ ਅਸੀਂ ਹੋਸਟਲਸ 'ਚ ਜਾਂਦੇ ਸੀ ਤਾਂ ਉਹ ਆਪ ਸਾਡੇ, ਜਿਵੇਂ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕੈਂਪੇਨਿੰਗ ਕਰਦੇ ਕਰਦੇ ਅਸੀਂ ਕਈ ਦਿਨਾਂ ਤੱਕ ਮਤਲਬ ਜਿਵੇਂ ਖਾਣਾ ਨਹੀਂ ਖਾਧਾ ਹੁੰਦਾ, ਉਹ ਸਾਡੇ ਲਈ ਪੈਕ ਕਰਾ ਕੇ ਆਪਣੇ ਆਪ ਬਿਨਾਂ ਕਹੀ ਰੱਖ ਦਿੰਦੇ ਸੀ। ਕਦੀ ਸਾਨੂੰ ਪਾਣੀ ਪਿਲਾ ਦੇਣਾ, ਜਿਵੇਂ ਹੁਣ ਹੋਸਟਲ 'ਚ ਅਸੀਂ ਡੋਰ ਟੂ ਡੋਰ ਕੈਂਪੇਨਿੰਗ ਵੀ ਸਾਨੂੰ ਅਲਾਊਡ ਹੁੰਦੀ ਹੈ ਨਾ, ਤਾਂ ਉਹ ਅਸੀਂ ਜਦੋਂ ਕਰਨ ਜਾਂਦੇ ਆਪ ਸਾਨੂੰ ਪਾਣੀ ਪਿਲਾ ਦੇਣਾ, ਸਾਡੇ ਲਈ ਕੋਈ ਚਾਕਲੇਟ ਰੱਖ ਦੇਣੀ ਕਿ ਤੁਸੀਂ ਬਹੁਤ ਥੱਕੇ ਹੋਏ, ਸਾਨੂੰ ਪਤਾ ਹੈ। ਤਾਂ ਇਹੀ ਹੈ ਇਹ ਜਿਹੜਾ ਇੱਕ ਸਪੋਰਟ ਜੋ ਤੁਹਾਨੂੰ ਆਪ ਹੀ ਕੁੜੀਆਂ ਤੋਂ ਮਿਲਦਾ ਹੈ ਨਾ, ਉਹ ਤੁਹਾਡੇ ਅੰਦਰ ਇੱਕ ਅਲੱਗ ਹੀ ਜੋਸ਼ ਪੈਦਾ ਕਰ ਦਿੰਦਾ ਹੈ ਕਿ ਕੋਈ ਗੱਲ ਨਹੀਂ, ਜਿਨ੍ਹਾਂ ਨੇ ਜੋ ਕਮੈਂਟ ਕਰਨਾ ਹੈ, ਜੋ ਡਿਸਰਿਸਪੈਕਟ ਕਰਨੀ ਹੈ ਕਰਨ ਦਿਓ, ਉਹਨਾਂ ਦਾ ਕੰਮ ਹੈ ਬੋਲਣਾ। ਇਸ ਤੋਂ ਪਤਾ ਇਹ ਲੱਗਦਾ ਕਿ ਤੁਹਾਡੇ ਅੰਦਰ ਲਿਸਨਿੰਗ ਸਕਿੱਲਸ ਨਹੀਂ ਸੀ। ਉਹ ਜਿਹੜੇ ਘਟਨਾ ਸਾਡੇ ਨਾਲ ਹੋਈ, ਉਸ ਤੋਂ ਇਹੀ ਪਤਾ ਲੱਗਦਾ ਕਿ ਉਸ ਇਨਸਾਨ ਦੇ ਅੰਦਰ ਲਿਸਨਿੰਗ ਸਕਿੱਲ ਨਹੀਂ ਸੀ। ਤਾਂ ਮੇਰਾ ਇਹੀ ਕੁਐਸਚਨ ਸੀਗਾ ਹਰ ਬੰਦੇ ਦੇ ਸਾਹਮਣੇ ਕਿ ਜੋ ਉਦੋਂ ਨਹੀਂ ਸੁਣ ਸਕਿਆ ਕਿਸੇ ਨੂੰ, ਤਾਂ ਫਿਰ ਸਟੂਡੈਂਟਸ ਨੂੰ ਕਿਵੇਂ ਸੁਣੂਗਾ। ਕੀ ਅਸੀਂ ਰਮਨੀਕ ਹੋਰਾਂ ਨੂੰ ਮੇਨ ਸਟ੍ਰੀਮ ਪੋਲੀਟਿਕਸ ਵਿੱਚ ਵੀ ਦੇਖ ਸਕਦੇ ਹਾਂ? ਹਾਲੇ ਤਾਂ ਮੇਰਾ ਇਸ ਬਾਰੇ ਕੁਝ ਜ਼ਿਆਦਾ ਸੋਚ ਵਿਚਾਰ ਨਹੀਂ ਹੈ। ਹਾਲੇ ਮੈਨੂੰ ਐਂ ਲੱਗਦਾ ਕਿ ਮੈਂ ਸਟੂਡੈਂਟਸ ਨੇ ਮੈਨੂੰ ਚੂਜ਼ ਕੀਤਾ, ਤਾਂ ਹਾਲੇ ਮੈਂ ਇੱਥੇ ਫੋਕਸ ਕਰਨਾ ਚਾਹੀਦਾ ਹੈ। ਅਤੇ ਮੇਰੀ ਹਾਲੇ ਡਿਗਰੀ ਵੀ ਚੱਲ ਰਹੀ ਹੈ ਨਾ, ਤਾਂ ਮੈਂ ਆਪਣੀ ਡਿਗਰੀ 'ਤੇ ਫੋਕਸ ਕਰਾਂ ਅਤੇ ਉਸ ਤੋਂ ਬਾਅਦ ਦੇਖਾਂਗੇ। ਮੇਰਾ ਲਾਸਟ ਸਵਾਲ ਹੈ, ਇਹ ਹੁਣ ਤੁਸੀਂ ਵਾਈਸ ਪ੍ਰੈਜ਼ੀਡੈਂਟ ਬਣ ਗਏ ਹੋ, ਤੇ ਪ੍ਰਾਇੋਰਿਟੀ ਬੇਸਿਸ ਤੇ ਕਿਹੜੇ ਕੰਮ ਕਰੋਗੇ ਹੁਣ? ਰਿਸਰਚ ਸਕਾਲਰਸ ਲਈ ਗ੍ਰੀਵੈਂਸ ਸੈੱਲ ਇੰਟਰੋਡਿਊਸ ਕਰਨਾ, ਪੀਯੂ ਦੀ ਫੂਡ ਦੀ ਸਟੈਂਡਰਡਾਈਜੇਸ਼ਨ, ਉਹਨਾਂ ਦਾ ਸੈਨੀਟੇਸ਼ਨ ਦੇ ਉੱਤੇ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ। ਉਸ ਤੋਂ ਇਲਾਵਾ ਜਿਹੜਾ ਪਲੇਸਮੈਂਟ ਸੈੱਲ ਹੈ, ਸਕੋਪ ਲਿਮਿਟਿਡ ਹੈ, ਤਾਂ ਕੋਲੈਬੋਰੇਸ਼ਨਸ ਹੋਣੀ ਚਾਹੀਦੀਆਂ ਨੇ। ਜਿਹੜੇ ਡਿਪਾਰਟਮੈਂਟਸ 'ਚ ਪਲੇਸਮੈਂਟ ਨਹੀਂ ਹੁੰਦੀ ਉਹਨਾਂ ਦੀ ਕੋਲੈਬੋਰੇਸ਼ਨ ਕਰਾਓ, ਅਤੇ ਜਿਹੜੇ ਡਿਪਾਰਟਮੈਂਟਸ 'ਚ ਪਲੇਸਮੈਂਟ ਹੋ ਰਹੀ ਹੈ ਉੱਥੇ ਹੋਰ ਕੰਪਨੀਆਂ ਤੋਂ ਇੰਟਰੋਡਿਊਸ ਕਰੋ। ਉਸ ਤੋਂ ਇਲਾਵਾ ਜਿਵੇਂ ਮੇਰੇ ਸਟਾਈਪੈਂਡ ਦਾ ਇਸ਼ੂ ਹੈ, ਮੇਰੇ ਆਪ ਦੇ ਡਿਪਾਰਟਮੈਂਟ ਦੇ ਵਿੱਚ ਸਟਾਈਪੈਂਡ ਬਹੁਤ ਥੋੜ੍ਹਾ ਹੈ, ਤਾਂ ਉਸ ਨੂੰ ਇਨਕਰੀਜ਼ ਕਰਨਾ।
ਤੇ ਇਲੈਕਟਿਵ ਜਿਹੜੇ ਕੈਂਡੀਡੇਟਸ ਹੁੰਦੇ ਨੇ ਕਾਉਂਸਲ ਦੇ ਵਿੱਚ ਉਹਨਾਂ ਦਾ ਇੱਕ ਵੋਟਿੰਗ ਕ੍ਰਾਈਟੇਰੀਆ ਨਹੀਂ ਹੁੰਦਾ, ਤਾਂ ਉਹ ਲਿਆਉਣਾ ਵੀ ਬਹੁਤ ਜ਼ਰੂਰੀ ਹੈ ਜੀ। ਧੰਨਵਾਦ ਰਮਨੀਕ, ਤੁਸੀਂ ਆਪਣਾ ਸਮਾਂ ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਸ ਸਾਡੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਰਣਮੀਕ ਜੋਤ ਕੌਰ ਹੁਣੀ। ਕੱਲ੍ਹ ਹੀ ਸਟੂਡੈਂਟ ਕਾਉਂਸਲ ਦੇ ਨਤੀਜੇ ਆਏ ਨੇ ਤੇ ਇਸ ਦੇ ਵਿੱਚ ਬਹੁਮਤ ਹਾਸਿਲ ਕਰਕੇ ਰਣਮੀਕ ਹੋਰੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਬਣੇ ਨੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਗੱਲਬਾਤ ਪਸੰਦ ਆਈ ਹੋਏਗੀ। ਫਿਲਹਾਲ ਲਈ ਮੈਨੂੰ ਹਰਸਿਮਰਨ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।